मेरा मालिक तीर्थ यात्रा ते गया ਤਾਂ ਮੈਨੂੰ ਆਪਣੀ ਪਤਨੀ ਕੋਲ ਛੱਡ ਗਿਆ। ਮੈਂ 16 ਸਾਲ ਦਾ ਸੀ, ਇਸ ਲਈ ਚੌਕਸੀ ਨਾਲ ਘਰ ਦੀ ਦੇਖਭਾਲ ਕਰਦਾ ਸੀ। ਪਰ ਇੱਕ ਰਾਤ ਮੇਰੀ ਨੀਅਤ ਖਰਾਬ ਹੋ ਗਈ। ਮਾਲਿਕ ਦੇ ਕੱਪੜੇ ਪਹਿਨੇ ਤੇ ਖਾਮੋਸ਼ੀ ਨਾਲ ਕਮਰੇ ਵਿੱਚ ਜਾ ਕੇ ਲੇਟ ਗਿਆ। ਉਸ ਰਾਤ ਮੇਰੀ ਹੋਸ਼ ਉੱਡ ਗਈ ਜਦੋਂ ਮੈਨੂੰ ਮਾਲਕ ਸਮਝ ਕੇ ਮਾਲਕਿਨ ਨੇ ਮੇਰੇ ਨਾਲ ਹੀ ਮੇਰੀ ਗਿਣਤੀ ਉਹਨਾਂ ਨੌਕਰਾਂ ਵਿੱਚ ਹੁੰਦੀ ਸੀ ਜੋ ਚੋਰੀ ਚਕਾਰੀ ਦੇ ਆਦੀ ਹੁੰਦੇ ਹਨ। ਮੈਂ ਜਿੱਥੇ ਵੀ ਨੌਕਰੀ ਕਰਦਾ ਸੀ, ਜਦੋਂ ਮੌਕਾ ਮਿਲਦਾ ਮੈਂ ਛੋਟੀ ਮੋਟੀ ਚੋਰੀ ਤੇ ਗਲਤ ਨੀਅਤ ਨਾਲ ਕੰਮ ਲੈ ਲੈਂਦਾ ਸੀ ਤੇ ਮੇਰੇ ਹੱਥ ਵਿੱਚ ਅਜਿਹੀ ਸਫਾਈ ਸੀ ਕਿ ਕਿਸੇ ਨੂੰ ਮੇਰੇ ਤੇ ਕਦੇ ਸ਼ੱਕ ਨਹੀਂ ਹੁੰਦਾ ਸੀ। ਜਦੋਂ ਮੈਂ ਇੱਕ ਬੰਗਲੇ ਤੋਂ ਚੰਗਾ ਖਾਸਾ ਪੈਸਾ ਚੁਰਾ ਚੁੱਕਿਆ ਹੁੰਦਾ ਤਾਂ ਬਹਾਨੇ ਨਾਲ ਨੌਕਰੀ ਛੱਡ ਕੇ ਦੂਜਾ ਬੰਗਲਾ ਲੱਭ ਲੈਂਦਾ। ਪਰ ਮੈਂ ਬਹੁਤ ਦੇਖਭਾਲ ਨਾਲ ਕੰਮ ਕਰਦਾ ਸੀ। ਮੈਂ ਅਜਿਹੇ ਲੋਕਾਂ ਦੇ ਘਰ ਦੇਖਦਾ ਸੀ ਜੋ ਕਿ ਬੇਵਕੂਫ ਤੇ ਭੋਲੇ ਭਾਲੇ ਹੁੰਦੇ ਸੀ, ਤਾਂ ਕਿ ਉਹਨਾਂ ਨੂੰ ਧੋਖਾ ਦੇਣਾ ਆਸਾਨ ਹੋ ਸਕੇ। ਜਦੋਂ ਵੀ ਲੱਗਦਾ ਕਿ ਹੁਣ ਮੈਂ ਨਜ਼ਰਾਂ ਵਿੱਚ ਆ ਜਾਊਂਗਾ, ਮਾਲਕ ਨੂੰ ਪਤਾ ਚੱਲ ਜਾਵੇਗਾ ਜਾਂ ਮੈਂ ਫੜਿਆ ਜਾ ਸਕਦਾ ਹਾਂ, ਤਾਂ ਤੁਰੰਤ ਬਹਾਨਾ ਬਣਾ ਕੇ ਪਤਲੀ ਗਲੀ ਤੋਂ ਨਿਕਲ ਜਾਇਆ ਕਰਦਾ ਸੀ। ਇਸ ਇਲਾਕੇ ਦੇ ਸਾਰੇ ਬੰਗਲਿਆਂ ਵਿੱਚ ਹੀ ਤਕਰੀਬਨ ਮੈਂ ਚੋਰੀ ਕਰ ਚੁੱਕਿਆ ਸੀ, ਇਸ ਲਈ ਹੁਣ ਅਗਲੇ ਇਲਾਕੇ ਵੱਲ ਨਿਕਲ ਪਿਆ ਜਿੱਥੇ ਮੈਨੂੰ ਕੋਈ ਨਹੀਂ ਜਾਣਦਾ ਸੀ। ਮੈਨੂੰ ਨੌਕਰੀ ਦੀ ਤਲਾਸ਼ ਸੀ ਕਿ ਮੈਨੂੰ ਇੱਕ ਚੰਗੇ ਜਿਹੇ ਬੰਗਲੇ ਵਿੱਚ ਨੌਕਰੀ ਮਿਲ ਜਾਵੇ, ਪਰ ਮੈਨੂੰ ਜ਼ਿਆਦਾ ਠੋਕਰਾਂ ਨਹੀਂ ਖਾਣੀਆਂ ਪਈਆਂ। ਮੈਨੂੰ ਇੱਕ ਚੰਗੇ ਜਿਹੇ ਬੰਗਲੇ ਵਿੱਚ ਨੌਕਰੀ ਮਿਲ ਗਈ। ਬੰਗਲੇ ਦਾ ਮਾਲਕ ਬਹੁਤ ਹੀ ਅਮੀਰ ਸੀ। ਦੇਖਦੇ ਹੀ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਮਾਲਕ ਬਹੁਤ ਹੀ ਬੇਵਕੂਫ ਕਿਸਮ ਦਾ ਆਦਮੀ ਹੈ, ਇਸ ਲਈ ਮੈਂ ਗੱਲਾਂ ਨਾਲ ਉਸ ਨੂੰ ਉਲਝਾ ਸਕਦਾ ਹਾਂ। ਮੈਂ ਉਸ ਨੂੰ ਆਪਣੇ ਕੰਮ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਜਿਸ ਬੰਗਲੇ ਵਿੱਚ ਕੰਮ ਕਰਦਾ ਸੀ ਮੇਰੇ ਮਾਲਿਕ ਬੇਫਿਕਰ ਹੋ ਜਾਂਦੇ ਸੀ, ਪਰ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਦਾ ਸੀ। ਮੇਰੇ ਮਾਲਕ ਮੇਰੀਆਂ ਗੱਲਾਂ ਤੋਂ ਬਹੁਤ ਹੱਦ ਤੱਕ ਖੁਸ਼ ਹੋ ਚੁੱਕੇ ਸੀ। ਮੈਂ ਦਿਲ ਹੀ ਦਿਲ ਵਿੱਚ ਖੁਸ਼ ਸੀ ਕਿ ਇੱਕ ਹੋਰ ਉੱਲੂ ਹੱਥ ਆ ਗਿਆ। ਪਰ ਉਸ ਸਮੇਂ ਉਹ ਮਾਲਕ ਕਹਿਣ ਲੱਗਿਆ, ਜੇ ਤੇਰੀ ਇਮਾਨਦਾਰੀ ਇੰਨੀ ਚੰਗੀ ਹੈ ਤੇ ਤੂੰ ਇੰਨਾ ਹੀ ਚੰਗਾ ਕੰਮ ਕਰਦਾ ਹੈ ਤਾਂ ਤੂੰ ਉਹ ਨੌਕਰੀ ਛੱਡ ਕੇ ਹੀ ਕਿਉਂ ਆਇਆ? ਇਹ ਸੁਣ ਕੇ ਤਾਂ ਮੈਂ ਇੱਕ ਪਲ ਲਈ ਹੜਬੜਾ ਜਿਹਾ ਗਿਆ। ਇਹ ਇੰਨਾ ਵੀ ਸਿੱਧਾ ਨਹੀਂ ਸੀ ਜਿੰਨਾ ਮੈਂ ਸਮਝ ਰਿਹਾ ਸੀ। ਉਸ ਦਾ ਵੀ ਦਿਮਾਗ ਕੁਝ ਕੰਮ ਕਰ ਹੀ ਲੈਂਦਾ ਸੀ। ਮੈਂ ਤੁਰੰਤ ਬੋਲਿਆ ਕਿ ਦਰਅਸਲ ਪਿਛਲੇ ਮਾਲਕ ਪੈਸੇ ਬਹੁਤ ਘੱਟ ਦਿੰਦੇ ਸੀ, ਜਦੋਂ ਕਿ ਕੰਮ 2 ਨੌਕਰਾਂ ਜਿੰਨਾ ਲੈਂਦੇ ਸੀ, ਇਸ ਲਈ ਮੈਂ ਉਹ ਨੌਕਰੀ ਛੱਡ ਕੇ ਆ ਗਿਆ। ਉਸਨੇ ਮੈਨੂੰ ਆਪਣੇ ਘਰ ਨੌਕਰੀ ਤੇ ਰੱਖ ਲਿਆ। ਮੇਰਾ ਸਵਾ ਕੁਝ ਮੱਖਣ ਲਗਾਉਣ ਦਾ ਸੀ। ਆਪਣੇ ਕੰਮਕਾਜ ਖਤਮ ਕਰਨ ਤੋਂ ਬਾਅਦ ਮੈਂ ਮਾਲਕ ਦੇ ਪੈਰਾਂ ਕੋਲ ਬੈਠ ਜਾਂਦਾ। ਕਦੇ ਉਹਨਾਂ ਦੇ ਪੈਰ ਦੱਬਣ ਲੱਗਦਾ ਸੀ, ਕਦੇ ਉਹਨਾਂ ਦੇ ਸਿਰ ਦੀ ਮਾਲਿਸ਼ ਕਰਨ ਲੱਗਦਾ। ਇਸ ਕੰਮ ਤੋਂ ਉਹ ਬਹੁਤ ਖੁਸ਼ ਰਹਿੰਦੇ ਸੀ। ਫਿਰ ਮੈਂ ਉਹਨਾਂ ਦੀ ਤਾਰੀਫ ਵਿੱਚ ਹੀ ਗੱਲ ਕਰਦਾ ਕਿ ਮੈਂ ਜਿੰਨੇ ਵੀ ਘਰਾਂ ਵਿੱਚ ਕੰਮ ਕੀਤਾ, ਸਭ ਤੋਂ ਜ਼ਿਆਦਾ ਮੈਨੂੰ ਤੁਸੀਂ ਹੀ ਚੰਗੇ ਲੱਗੇ ਹੋ। ਮੈਨੂੰ ਅਜਿਹੀਆਂ ਗੱਲਾਂ ਦੀ ਆਦਤ ਸੀ ਤੇ ਇਸ ਨਾਲ ਮੈਂ ਆਪਣਾ ਭਰੋਸਾ ਦੂਜੇ ਤੇ ਜਿੱਤ ਲੈਂਦਾ ਸੀ। ਮੇਰੀ ਅਜਿਹੀਆਂ ਗੱਲਾਂ ਸੁਣ ਕੇ ਮਾਲਕ ਬਹੁਤ ਖੁਸ਼ ਹੋ ਜਾਂਦੇ ਸੀ। ਮਾਲਕ ਦੇ ਘਰ ਕੰਮ ਕਰਦੇ ਹੋਏ ਮੈਨੂੰ ਹੁਣੇ 10 ਦਿਨ ਹੋਏ ਸੀ, ਪਰ ਮੈਂ ਅੱਜ ਤੱਕ ਉਹਨਾਂ ਦੀ ਪਤਨੀ ਨੂੰ ਨਹੀਂ ਦੇਖਿਆ ਸੀ। ਜਦੋਂ ਤੱਕ ਮੈਂ ਉਹਨਾਂ ਦੇ ਘਰ ਵਿੱਚ ਕੰਮ ਕਰਦਾ ਰਹਿੰਦਾ ਸੀ, ਮਾਲਕਿਨ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਤੇ ਮਾਲਿਕ ਮੈਨੂੰ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਤੂੰ ਪੂਰੇ ਘਰ ਦਾ ਕੰਮ ਕਰੇਗਾ ਸਿਵਾਏ ਮਾਲਕਿਨ ਦੇ ਕਮਰੇ ਦੇ। ਤੂੰ ਉਹਨਾਂ ਦੇ ਕਮਰੇ ਵਿੱਚ ਨਹੀਂ ਜਾਵੇਗਾ। ਪਹਿਲੀ ਵਾਰ ਤਾਂ ਮੈਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ, ਪਰ ਇੱਕ ਵਾਰ ਜਿਸ ਹਸੀਨਾ ਤੇ ਮੇਰੀ ਨਜ਼ਰ ਪਈ, ਮੈਂ ਤਾਂ ਇੱਕ ਝਲਕ ਵਿੱਚ ਹੀ ਉਸ ਦਾ دیਵਾਨਾ ਹੋ ਗਿਆ। ਮੈਂ ਪਲਕ ਝਪਕਣਾ ਹੀ ਭੁੱਲ ਗਿਆ ਸੀ। ਸ਼ਾਮ ਦਾ ਸਮਾਂ ਸੀ, ਸਰਦੀਆਂ ਦੀ ਠੰਡੀ ਸ਼ਾਮ ਸੀ, ਹਵਾ ਠੰਡੀ ਚੱਲ ਰਹੀ ਸੀ ਤਾਂ ਮੇਰਾ ਚਾਹ ਬਣਾਉਣ ਦਾ ਮੂਡ ਬਣ ਗਿਆ। ਮੈਂ ਸੋਚਿਆ ਕਿ ਮੈਂ ਅੰਦਰ ਜਾ ਕੇ ਚਾਹ ਬਣਾ ਲਵਾਂ। ਮੈਨੂੰ ਮਾਲਕ ਨੇ ਕਿਹਾ ਸੀ ਕਿ ਜਦੋਂ ਵੀ ਤੈਨੂੰ ਘਰ ਦੇ ਅੰਦਰ ਆਉਣਾ ਹੋਵੇ ਤਾਂ ਤੂੰ ਵਿਹੜੇ ਦੇ ਦਰਵਾਜ਼ੇ ਤੇ ਦਸਤਕ ਦੇ ਦੇਣਾ, ਪਰ ਇਜਾਜ਼ਤ ਮਿਲਣ ਤੋਂ ਬਾਅਦ ਹੀ ਅੰਦਰ ਜਾਵੇਗਾ ਤਾਂ ਚੰਗਾ ਹੋਵੇਗਾ। ਮੈਂ 1-2 ਵਾਰ ਦਸਤਕ ਦਿੱਤੀ, ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਮੈਂ ਸਮਝਿਆ ਕਿ ਸ਼ਾਇਦ ਮਾਲਕਿਨ ਆਪਣੇ ਕਮਰੇ ਵਿੱਚ ਹੋਵੇਗੀ, ਇਸ ਲਈ ਮੈਂ ਦਰਵਾਜ਼ਾ ਖੋਲ੍ਹਿਆ ਤੇ ਰਸੋਈ ਵੱਲ ਵੱਧ ਗਿਆ। ਠੰਡੀ ਹਵਾ ਬਹੁਤ ਜ਼ੋਰ-ਜ਼ੋਰ ਨਾਲ ਚੱਲ ਰਹੀ ਸੀ। ਸ਼ਾਮ ਹੁੰਦੇ ਹੀ ਸਰਦੀ ਲੱਗਣ ਲੱਗੀ ਸੀ। ਮੈਂ ਸੋਚਿਆ ਕਿ ਚਾਹ ਬਣਾ ਲੈਂਦਾ ਹਾਂ ਤੇ ਆਪਣੇ ਨਾਲ-ਨਾਲ ਚੌਕੀਦਾਰ ਤੇ ਡਰਾਈਵਰ ਨੂੰ ਵੀ ਦੇ ਦਊਂਗਾ। ਜਿਵੇਂ ਹੀ ਮੈਂ ਰਸੋਈ ਵਿੱਚ ਦਾਖਲ ਹੋਇਆ, ਇੱਕ ਖੂਬਸੂਰਤ ਜਿਹੀ ਕੁੜੀ ਗੈਸ ਕੋਲ ਖੜੀ ਚਾਹ ਬਣਾ ਰਹੀ ਸੀ। ਉਸਦੇ ਹੱਥਾਂ ਦੀ ਸਫੇਦ ਰੰਗਤ ਤੇ ਲੰਬੇ ਖੂਬਸੂਰਤ ਵਾਲ ਦੇਖ ਕੇ ਹੀ ਮੈਂ ਆਪਣੇ ਹੋਸ਼ ਖੋਣ ਲੱਗਿਆ ਸੀ। ਅਚਾਨਕ ਹੀ ਉਹ ਕੁੜੀ ਪਲਟੀ ਤੇ ਮੇਰੇ ਨਾਲ ਨਜ਼ਰ ਮਿਲਾਈ ਤਾਂ ਅਸੀਂ ਦੋਵੇਂ ਹੀ ਆਪਣੀ ਆਪਣੀ ਜਗ੍ਹਾ ਤੇ ਹੜਬੜਾ ਗਏ ਸੀ। ਮੈਨੂੰ ਐਵੇਂ ਰਸੋਈ ਵਿੱਚ ਦੇਖ ਕੇ ਉਸ ਕੁੜੀ ਨੇ ਤੁਰੰਤ ਆਪਣਾ ਰੂਪ ਬਦਲਿਆ ਤੇ ਕਹਿਣ ਲੱਗੀ, ਉਹ ਮੁੰਡੇ, ਕੌਣ ਹੈ ਤੂੰ ਤੇ ਰਸੋਈ ਵਿੱਚ ਕਿੱਥੋਂ ਆਇਆ ਹੈ? ਮੈਂ ਕਿਹਾ ਕਿ ਮਾਫ਼ ਕਰਨਾ, ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਰਸੋਈ ਵਿੱਚ ਮੌਜੂਦ ਹੋ। ਮੈਂ ਘਰ ਦਾ ਨਵਾਂ ਨੌਕਰ ਹਾਂ, ਚਾਹ ਬਣਾਉਣ ਲਈ ਆਇਆ ਸੀ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ, ਬਾਹਰ ਨਿਕਲ ਇੱਥੇ ਤੋਂ। ਕੱਲ ਮੈਂ ਤੇਰੇ ਮਾਲਕ ਨਾਲ ਖੁਦ ਗੱਲ ਕਰਦੀ ਹਾਂ
ਨੌਕਰਾਂ ਨੂੰ ਇੰਨੀ ਛੂਟ ਦੇ ਰੱਖੀ ਹੈ ਕਿ ਮੂੰਹ ਉਠਾ ਕੇ ਉਹ ਕਿਤੇ ਵੀ ਚਲੇ ਆਉਂਦੇ ਹਨ, ਕਦੇ ਰਸੋਈ ਵਿੱਚ ਵੜ ਜਾਂਦੇ ਹਨ। ਹੁਣ ਉਹਨਾਂ ਦਾ ਲਹਿਜਾ ਬਹੁਤ ਗੁੱਸੇ ਭਰਿਆ ਸੀ। ਮੈਂ ਤੁਰੰਤ ਰਸੋਈ ਤੋਂ ਬਾਹਰ ਨਿਕਲ ਕੇ ਵਿਹੜੇ ਤੋਂ ਵੀ ਬਾਹਰ ਨਿਕਲ ਗਿਆ। ਮੈਂ ਬਸ ਇੱਕ ਝਲਕ ਨਾਲ ਮਾਲਕਿਨ ਨੂੰ ਦੇਖਿਆ ਸੀ ਤੇ ਮੈਂ ਉਸ 'ਤੇ ਫਿਦਾ ਹੋਣ ਲੱਗਿਆ ਸੀ। ਮੈਂ ਬਾਹਰ ਆਇਆ ਤਾਂ ਬਦਹਵਾਸੀ ਦਾ ਸ਼ਿਕਾਰ ਸੀ। ਮੈਨੂੰ ਦੇਖ ਕੇ ਚੌਕੀਦਾਰ ਤੇ ਡਰਾਈਵਰ ਮੈਨੂੰ ਪੁੱਛਣ ਲੱਗੇ, ਇਹ ਤੈਨੂੰ ਕੀ ਹੋਇਆ? ਤੂੰ ਤਾਂ ਚਾਹ ਬਣਾਉਣ ਗਿਆ ਸੀ। ਮੈਂ ਕਿਹਾ, ਕੁਝ ਨਹੀਂ, ਬਸ ਦੁੱਧ ਖਤਮ ਹੋ ਗਿਆ ਹੈ, ਇਸ ਲਈ ਮੈਂ ਵਾਪਸ ਆ ਗਿਆ। ਚੌਕੀਦਾਰ ਕਹਿਣ ਲੱਗਿਆ, ਤੂੰ ਰਹਿਣ ਦੇ, ਮੈਂ ਬਾਜ਼ਾਰ ਤੋਂ ਚਾਹ ਲੈ ਕੇ ਆਉਂਦਾ ਹਾਂ। ਇੱਥੇ ਕੋਲ ਹੀ ਇੱਕ ਹੋਟਲ ਹੈ ਤੇ ਉੱਥੇ ਚਾਹ ਵੀ ਬਹੁਤ ਮਜ਼ੇ ਦੀ ਹੁੰਦੀ ਹੈ। ਅਸੀਂ ਸ਼ਾਮ ਦੀ ਚਾਹ ਉੱਥੇ ਹੀ ਪੀਂਦੇ ਹਾਂ। ਤੂੰ ਕਿਹਾ ਕਿ ਤੈਨੂੰ ਅੰਦਰ ਜਾਣ ਦੀ ਇਜਾਜ਼ਤ ਹੈ, ਇਸ ਲਈ ਅਸੀਂ ਸੋਚਿਆ ਕਿ ਚੱਲ ਮੁਫਤ ਦੀ ਚਾਹ ਵੀ ਪੀ ਲਵਾਂਗੇ। ਪਰ ਮੇਰਾ ਦਿਲ ਤਾਂ ਜਿਵੇਂ ਉਸ ਕੁੜੀ ਤੇ ਅਟਕ ਜਿਹਾ ਗਿਆ ਸੀ। ਮੈਂ ਜਾਣਨਾ ਚਾਹੁੰਦਾ ਸੀ ਕਿ ਆਖਰ ਉਹ ਕੌਣ ਹੈ, ਕਿਉਂਕਿ ਉਹ 21 ਸਾਲ ਤੋਂ ਜ਼ਿਆਦਾ ਉਮਰ ਦੀ ਨਹੀਂ ਲੱਗਦੀ ਸੀ ਤੇ ਮੇਰਾ ਮਾਲਿਕ 50 ਦੇ ਲਗਭਗ ਸੀ। ਮੈਂ ਨਹੀਂ ਮੰਨ ਸਕਦਾ ਸੀ ਕਿ ਉਹ ਕੁੜੀ ਇਸ ਦੀ ਪਤਨੀ ਹੋ ਸਕਦੀ ਹੈ, ਪਰ ਮੈਂ ਹੁਣ ਇਹ ਕਿਵੇਂ ਪਤਾ ਲਗਾਉਂਦਾ ਕਿ ਉਹ ਕੁੜੀ ਕੌਣ ਹੈ? ਇਸ ਲਈ ਮੈਂ ਸੋਚਿਆ ਕਿ ਮੈਨੂੰ ਆਏ ਹੋਏ ਤਾਂ ਹੁਣੇ 10 ਹੀ ਦਿਨ ਹੋਏ ਹਨ, ਤਾਂ ਮੈਂ ਡਰਾਈਵਰ ਤੇ ਚੌਕੀਦਾਰ ਨੂੰ ਹੀ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ। ਉਹ ਤਾਂ ਕਿੰਨੇ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ। ਸਭ ਤੋਂ ਪਹਿਲਾਂ ਮੈਂ ਡਰਾਈਵਰ ਨੂੰ ਪੁੱਛਿਆ। ਮੈਂ ਕਿਹਾ ਕਿ ਤੈਨੂੰ ਪਤਾ ਹੈ ਕਿ ਮਾਲਕ ਦੇ ਇਲਾਵਾ ਘਰ ਵਿੱਚ ਹੋਰ ਕੌਣ ਹੁੰਦਾ ਹੈ? ਮੇਰੇ ਇਸ ਸਵਾਲ ਤੇ ਡਰਾਈਵਰ ਨੇ ਮੈਨੂੰ ਘੂਰ ਕੇ ਦੇਖਿਆ ਤੇ ਕਹਿਣ ਲੱਗਿਆ, ਤੂੰ ਕਿਉਂ ਪੁੱਛ ਰਿਹਾ ਹੈ? ਤੈਨੂੰ ਕੀ ਮਤਲਬ ਹੈ ਇਸ ਗੱਲ ਤੋਂ? ਉਸ ਦਾ ਲਹਿਜਾ ਬਹੁਤ ਹੀ ਅਜੀਬ ਜਿਹਾ ਸੀ। ਮੈਂ ਕਿਹਾ, ਬਸ ਐਵੇਂ ਹੀ ਪੁੱਛ ਰਿਹਾ ਹਾਂ। ਉਹ ਕਹਿਣ ਲੱਗਿਆ, ਮਾਲਕ ਇਸ ਗੱਲ ਨੂੰ ਮਨਾ ਕਰਦੇ ਹਨ, ਕਹਿੰਦੇ ਹਨ ਕਿ ਮੇਰੇ ਘਰ ਦੀਆਂ ਔਰਤਾਂ ਦੀਆਂ ਗੱਲਾਂ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਹੈ। ਮੈਂ ਕਿਹਾ ਕਿ ਮੈਂ ਕੋਈ ਗੈਰ ਥੋੜ੍ਹੀ ਹਾਂ, ਮੈਂ ਵੀ ਤੇਰੀ ਤਰ੍ਹਾਂ ਇਸ ਘਰ ਦਾ ਨੌਕਰ ਹਾਂ। ਮੇਰੀ ਗੱਲ ਸੁਣ ਕੇ ਡਰਾਈਵਰ ਦੇ ਮੱਥੇ ਤੇ ਬਲ ਪੈ ਗਏ। ਕਹਿਣ ਲੱਗਿਆ, ਨੌਕਰ ਹੈ ਤਾਂ ਨੌਕਰ ਦੀ ਹੱਦ ਤੱਕ ਰਹਿ, ਘਰ ਵਾਲਿਆਂ ਬਾਰੇ ਕਿਉਂ ਪੁੱਛ ਰਿਹਾ ਹੈ? ਦੇਖ, ਮੇਰੀ ਗੱਲ ਸੁਣ, ਵੈਸੇ ਤਾਂ ਮਾਲਕ ਸਿੱਧੇ ਸਾਦੇ ਹਨ, ਬਹੁਤ ਚੰਗੇ ਵੀ ਹਨ, ਪਰ ਉਨੇ ਹੀ ਇੱਜ਼ਤਦਾਰ ਵੀ ਹਨ। ਆਪਣੇ ਘਰ ਦੀ ਔਰਤ ਦਾ ਜ਼ਿਕਰ ਵੀ ਜੇ ਉਸਨੇ ਸੁਣ ਲਿਆ ਨਾ ਤੇਰੇ ਮੂੰਹ ਚੋਂ, ਤਾਂ ਤੇਰਾ ਮੂੰਹ ਤੋੜਨ ਵਿੱਚ ਸਮਾਂ ਨਹੀਂ ਲਗਾਉਣਗੇ। ਇਹ ਸੁਣ ਕੇ ਮੇਰਾ ਦਿਲ ਕੁਝ ਡਰਨ ਲੱਗਿਆ ਸੀ। ਮੈਂ ਖਾਮੋਸ਼ ਹੋ ਗਿਆ, ਪਰ ਮੈਂ ਵੀ ਆਪਣੇ ਦਿਲ ਦੇ ਹੱਥੋਂ ਮਜਬੂਰ ਹੋ ਗਿਆ ਸੀ। ਉਸ ਕੁੜੀ ਨੇ ਤਾਂ ਮੇਰੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਸੀ। ਉਸ ਦੀ ਇੱਕ ਝਲਕ ਨੇ ਹੀ ਮੈਨੂੰ ਉਸ ਦਾ دیਵਾਨਾ ਕਰ ਦਿੱਤਾ ਸੀ। ਹੁਣ ਹਰ ਸਮੇਂ ਮੇਰਾ ਧਿਆਨ ਉਸ ਕੁੜੀ ਵੱਲ ਹੀ ਰਹਿਣ ਲੱਗਿਆ ਸੀ। ਪਹਿਲਾਂ ਤਾਂ ਮੈਂ ਘਰ ਦੇ ਕੰਮ ਜਲਦੀ ਕਰਕੇ ਚੌਕੀਦਾਰ ਤੇ ਡਰਾਈਵਰ ਨਾਲ ਬੈਠ ਕੇ ਗੱਲਾਂ ਕਰਦਾ ਸੀ, ਪਰ ਹੁਣ ਤਾਂ ਮੈਂ ਕੰਮ ਵੀ ਕਰਦਾ ਰਹਿੰਦਾ ਤੇ ਮੇਰੀ ਨਜ਼ਰ ਤੇ ਧਿਆਨ ਮਾਲਕਿਨ ਦੇ ਕਮਰੇ ਵੱਲ ਹੀ ਰਹਿੰਦਾ ਸੀ ਕਿ ਸ਼ਾਇਦ ਗਲਤੀ ਤੋਂ ਹੀ ਉਹ ਬਾਹਰ ਆ ਜਾਵੇ ਤੇ ਮੈਂ ਉਸ ਨੂੰ ਦੇਖ ਲਵਾਂ ਕਿ ਇਹ ਵਾਕਿਆ ਹੀ ਮਾਲਕ ਦੀ ਪਤਨੀ ਹੈ। ਜੇ ਹੈ ਵੀ ਤਾਂ ਉਸ ਕੁੜੀ ਨਾਲ ਬਹੁਤ ਗਲਤ ਗੱਲ ਹੋਈ ਹੈ। ਉਹ 21 ਸਾਲ ਦੀ ਕੁੜੀ, ਪਤਾ ਨਹੀਂ ਕਿਉਂ ਮੈਂ ਦਿਲ ਹੀ ਦਿਲ ਵਿੱਚ ਦੁਆ ਕਰਦਾ ਸੀ ਕਿ ਕਾਸ਼ ਉਹ ਮਾਲਕ ਦੀ ਪਤਨੀ ਨਾ ਹੋਵੇ, ਕੋਈ ਹੋਰ ਕੁੜੀ ਹੋਵੇ। ਹਾਲਾਂਕਿ ਮੈਨੂੰ ਇਹ ਵੀ ਪਤਾ ਸੀ ਕਿ ਇਹ ਮਾਲਕ ਲੋਕ ਕਦੇ ਵੀ ਆਪਣੀ ਜਾਤ ਤੋਂ ਬਾਹਰ ਵਿਆਹ ਨਹੀਂ ਕਰਦੇ। ਫਿਰ ਉਹ ਮਾਲਕ ਦੀ ਰਿਸ਼ਤੇਦਾਰ ਹੋਵੇਗੀ ਤੇ ਮੈਂ ਇੱਕ ਮਾਮੂਲੀ ਜਿਹਾ ਨੌਕਰ। ਫਿਰ ਮੇਰਾ ਕਿਤੇ ਇਸ ਨਾਲ ਵਿਆਹ ਹੋਣ ਵਾਲਾ ਹੈ। ਪਰ ਪਿਆਰ ਤੇ ਦਿਲ ਤਾਂ ਇਹਨਾਂ ਗੱਲਾਂ ਨੂੰ ਨਹੀਂ ਸਮਝਦਾ। ਜਿੰਨਾ ਮੈਂ ਉਸ ਕੁੜੀ ਦਾ ਖਿਆਲ ਆਪਣੇ ਦਿਲ ਤੋਂ ਕੱਢਣ ਬਾਰੇ ਸੋਚਦਾ, ਓਨਾ ਹੀ ਮੈਨੂੰ ਲੱਗਦਾ ਕਿ ਜਿਵੇਂ ਮੈਂ ਉਸ ਦੇ ਪਿਆਰ ਵਿੱਚ ਗ੍ਰਿਫਤਾਰ ਹੋਣ ਲੱਗਿਆ ਹਾਂ। ਹਾਲਾਂਕਿ ਮੇਰੀ ਉਮਰ 16 ਜਾਂ 17 ਸਾਲ ਦੀ ਸੀ, ਪਰ ਮੇਰੀ ਸੋਚ ਵੱਡੀ ਹੋ ਚੁੱਕੀ ਸੀ। ਸ਼ਾਇਦ ਇਸ ਦੀ ਵਜ੍ਹਾ ਇਹ ਸੀ, ਬਚਪਨ ਵਿੱਚ ਹੀ ਮੇਰੇ ਪਿਤਾ ਨੇ ਮੈਨੂੰ ਸਕੂਲ ਵਿੱਚ ਪੜ੍ਹਨ ਦੀ ਬਜਾਏ ਨੌਕਰੀ ਤੇ ਲਗਾ ਦਿੱਤਾ। ਮੈਂ 7 ਸਾਲ ਦੀ ਉਮਰ ਤੋਂ ਹੀ ਨੌਕਰੀ ਤੇ ਲੱਗ ਗਿਆ ਸੀ ਤੇ ਛੋਟੀ ਉਮਰ ਦੇ ਮੁੰਡਿਆਂ ਤੋਂ ਔਰਤਾਂ ਵੈਸੇ ਵੀ ਜ਼ਿਆਦਾ ਕੰਮ ਕਿੱਥੇ ਕਰਵਾਉਂਦੀਆਂ ਹਨ। ਮੇਰੀ ਪਹਿਲੀ ਮਾਲਕਣ ਮੇਰੇ ਤੋਂ ਘਰ ਦੇ ਬਹੁਤ ਛੋਟੇ ਕੰਮ ਕਰਵਾਉਂਦੀ ਸੀ। ਕਦੇ ਆਪਣੇ ਪੈਰਾਂ ਦੀ ਮਾਲਿਸ਼ ਵੀ ਕਰਵਾ ਲੈਂਦੀ ਸੀ ਤੇ ਫਿਰ ਮੈਨੂੰ ਸਟੋਰ ਰੂਮ ਵਿੱਚ ਸੌਣ ਲਈ ਕਹਿ ਦਿੰਦੀ। ਉੱਥੇ 2 ਹੋਰ ਜਵਾਨ ਨੌਕਰ ਸੀ। ਰਾਤ ਨੂੰ ਕੁੜੀਆਂ ਬਾਰੇ ਗਲਤ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ। ਮੈਂ ਚੁੱਪਚਾਪ ਅੱਖਾਂ ਬੰਦ ਕਰਕੇ ਸੁਣਦਾ ਰਹਿੰਦਾ ਸੀ। ਇਸ ਲਈ ਬਹੁਤ ਜਲਦੀ ਹੀ ਮੇਰੀ ਨਜ਼ਰ ਦੂਜੇ ਅੰਦਾਜ਼ ਤੋਂ ਉੱਠਣ ਲੱਗੀ ਸੀ। ਮੇਰੀ ਸੋਚ 12 ਸਾਲ ਦੇ ਬੱਚੇ ਦੀ ਨਹੀਂ ਰਹੀ ਸੀ, ਨੌਜਵਾਨ ਮੁੰਡਿਆਂ ਵਿੱਚ ਬੈਠਣ ਲੱਗਿਆ ਸੀ। ਇਸ ਲਈ ਬਹੁਤ ਅਜਿਹੀਆਂ ਗੱਲਾਂ ਮੇਰੇ ਵਿੱਚ ਹੋਣ ਲੱਗੀਆਂ ਸੀ ਜੋ ਕਿ ਇੰਨੀ ਘੱਟ ਉਮਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਸੀ। ਸ਼ਾਇਦ ਇਹੀ ਵਜ੍ਹਾ ਸੀ ਕਿ 17 ਸਾਲ ਦੀ ਉਮਰ ਵਿੱਚ ਵੀ ਮੈਂ ਆਪਣੇ ਮਾਲਕ ਦੀ ਚੋਰੀ ਕਰਦਾ ਸੀ। ਅੱਜ ਕੱਲ੍ਹ ਉਹ ਕੁੜੀ ਜੋ ਮਾਲਕ ਦੀ ਪਤਾ ਨਹੀਂ ਕੀ ਲੱਗਦੀ ਸੀ, ਜੋ ਉਮਰ ਵਿੱਚ ਮੇਰੇ ਤੋਂ 4-5 ਸਾਲ ਵੱਡੀ ਹੋਵੇਗੀ, ਮੇਰੇ ਦਿਮਾਗ ਵਿੱਚ ਪੂਰੀ ਤਰ੍ਹਾਂ ਨਾਲ ਛਾ ਚੁੱਕੀ ਸੀ। ਮੇਰੇ ਕੋਲ ਹੁਣ ਇੱਕ ਹੀ ਤਰੀਕਾ ਬਚਿਆ ਸੀ ਕਿ ਮੈਂ ਮਾਲਕ ਦਾ ਭਰੋਸਾ ਹਾਸਲ ਕਰਦਾ ਤੇ ਉਹ ਮੇਰੇ ਤੇ ਇੰਨਾ ਭਰੋਸਾ ਕਰਨ ਲੱਗਦੀ ਕਿ ਆਪਣੇ ਘਰ ਦੀਆਂ ਔਰਤਾਂ ਵਿੱਚ ਵੀ ਮੇਰਾ ਆਉਣਾ ਜਾਣਾ ਆਸਾਨ ਕਰ ਦਿੰਦੀ। ਪਰ ਇਹ ਸਿਰਫ ਸ਼ਾਇਦ ਮੇਰੀ ਸੋਚ ਸੀ।
ਮੈਂ ਮਾਲਕ ਦੀ ਬਹੁਤ ਜ਼ਿਆਦਾ ਸੇਵਾ ਕਰਨ ਲੱਗਿਆ। ਹਰ ਸਮੇਂ ਉਹਨਾਂ ਦੇ ਅੱਗੇ ਪਿੱਛੇ ਫਿਰਦਾ ਰਹਿੰਦਾ। ਮੇਰੇ ਤੋਂ ਖੁਸ਼ ਹੋ ਕੇ ਕਦੇ ਮੈਨੂੰ 1000 ਰੁਪਏ ਦਿੰਦੇ, ਕਦੇ 500 ਫੜਾ ਦਿੰਦੇ। ਪਰ ਪੈਸਾ ਮੇਰਾ ਅਸਲੀ ਮਕਸਦ ਨਹੀਂ ਸੀ। ਮੇਰੀਆਂ ਅੱਖਾਂ ਵਿੱਚ ਤਾਂ ਕੁਝ ਹੋਰ ਹੀ ਸੁਪਨੇ ਚੱਲ ਰਹੇ ਸੀ। ਇਸ ਬੰਗਲੇ ਵਿੱਚ ਕੰਮ ਕਰਦੇ ਹੋਏ 2 ਮਹੀਨੇ ਲੰਘ ਚੁੱਕੇ ਸੀ। ਮੈਂ ਇੰਨਾ ਅੰਦਾਜ਼ਾ ਲਗਾ ਚੁੱਕਿਆ ਸੀ ਕਿ ਡਰਾਈਵਰ ਬਹੁਤ ਸਮਝਦਾਰ ਹੁੰਦੇ ਹਨ। ਚੌਂਕੀਦਾਰ ਜ਼ਰਾ ਬੇਵਕੂਫ ਜਿਹਾ ਸੀ। ਇਸ ਲਈ ਮੈਂ ਸੋਚਿਆ ਕਿ ਮੈਂ ਚੌਂਕੀਦਾਰ ਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ। ਪਹਿਲਾਂ ਤਾਂ ਮੈਂ ਚੌਂਕੀਦਾਰ ਨੂੰ ਆਪਣੇ ਵੱਲ ਤੋਂ ਸਿਗਰਟ ਪਿਲਾਈ, ਚਾਹ ਵੀ ਪਿਲਾਈ। ਉਹ ਬਹੁਤ ਖੁਸ਼ ਹੋ ਗਿਆ। ਫਿਰ ਮੈਂ ਉਸ ਨੂੰ ਕੁਰੇਦਣਾ ਸ਼ੁਰੂ ਕੀਤਾ, ਪਰ ਉਸਨੇ ਜੋ ਖਬਰ ਮੈਨੂੰ ਮਾਲਕ ਬਾਰੇ ਦੱਸੀ, ਉਹ ਸੁਣ ਕੇ ਮੇਰਾ ਦਿਲ ਧੜਕਣਾ ਹੀ ਭੁੱਲ ਗਿਆ ਸੀ। ਉਸਨੇ ਕਿਹਾ ਕਿ ਉਹ ਜ਼ਿਆਦਾ ਤਾਂ ਨਹੀਂ ਜਾਣਦਾ, ਪਰ ਮਾਲਕ ਦੀ ਔਲਾਦ ਤਾਂ ਹੈ ਹੀ ਨਹੀਂ, ਪਤਨੀ ਹੀ ਹੈ। ਪਰ ਅੱਜ ਤੱਕ ਕਦੇ ਕਿਸੇ ਨੇ ਵੀ ਉਸ ਦੀ ਪਤਨੀ ਨੂੰ ਨਹੀਂ ਦੇਖਿਆ। ਮੈਂ ਆਪਣੇ ਦਿਲ ਵਿੱਚ ਹੁਣ ਤੱਕ ਇਹ ਆਸ ਲਗਾਈ ਹੋਈ ਸੀ ਕਿ ਹੋ ਸਕਦਾ ਹੈ ਕਿ ਉਹ ਮਾਲਕ ਦੀ ਕੁੜੀ ਹੋਵੇ ਜਾਂ ਕੋਈ ਹੋਰ। ਪਰ ਚੌਂਕੀਦਾਰ ਦੀ ਗੱਲ ਸੁਣਨ ਦੇ ਮੁਤਾਬਿਕ ਉਹ ਪਤੀ ਪਤਨੀ ਇਕੱਲੇ ਹੀ ਇਸ ਬੰਗਲੇ ਵਿੱਚ ਰਹਿੰਦੇ ਸੀ ਤੇ ਮਾਲਕ ਦੀ ਪਤਨੀ ਕਦੇ-ਕਦੇ ਹੀ ਮਾਲਕ ਦੇ ਨਾਲ ਬਾਹਰ ਜਾਂਦੀ ਸੀ, ਨਹੀਂ ਤਾਂ ਜ਼ਿਆਦਾਤਰ ਘਰ ਵਿੱਚ ਹੀ ਰਹਿੰਦੀ ਸੀ। ਮੈਨੂੰ ਹੈਰਾਨੀ ਇਸ ਗੱਲ ਦੀ ਵੀ ਸੀ ਕਿ ਆਖਰ ਮਾਲਕ ਨੂੰ ਪਤਨੀ ਦਾ ਇੰਨਾ ਹੀ ਖਿਆਲ ਹੈ ਤਾਂ ਉਸਨੇ ਘਰ ਵਿੱਚ ਨੌਕਰੀ ਤੇ ਕੋਈ ਔਰਤ ਕਿਉਂ ਨਹੀਂ ਰੱਖੀ? ਘਰ ਦੀ ਸਫਾਈ ਮੇਰੇ ਤੋਂ ਕਿਉਂ ਕਰਵਾਉਂਦੇ ਹਨ? ਮੇਰਾ ਦਿਲ ਪੂਰੀ ਤਰ੍ਹਾਂ ਨਾਲ ਉਲਝ ਚੁੱਕਿਆ ਸੀ। ਇਸ ਤਰ੍ਹਾਂ ਮੈਂ ਖਾਣਾ ਵੀ ਨਹੀਂ ਖਾਇਆ ਸੀ। ਮੈਂ ਇਹ ਸੋਚਿਆ ਸੀ ਕਿ ਹੋ ਸਕਦਾ ਹੈ ਮਾਲਕ ਦੀ ਕੁੜੀ ਹੋਵੇ ਜਾਂ ਕੋਈ ਭੈਣ, ਤਾਂ ਕਿ ਘੱਟ ਤੋਂ ਘੱਟ ਮੇਰਾ ਕੋਈ ਚਾਂਸ ਤਾਂ ਬਣਦਾ। ਰਿਸ਼ਤਾ ਹੋਣਾ ਨਾ ਹੋਣਾ ਤਾਂ ਬਾਅਦ ਦੀ ਗੱਲ ਹੈ, ਪਰ ਉਹ ਕੁੜੀ ਤਾਂ ਇਸ ਬੁੱਢੇ ਮਾਲਕ ਦੀ ਪਤਨੀ ਸੀ। ਇਹ ਸੁਣ ਕੇ ਮੇਰਾ ਦਿਲ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਸੀ। ਅੱਜ ਪਹਿਲੀ ਵਾਰ ਮੈਂ ਦਿਮਾਗ ਦੀ ਜਗ੍ਹਾ ਦਿਲ ਤੋਂ ਸੋਚ ਰਿਹਾ ਸੀ। ਮੈਂ ਆਪਣੇ ਕੁਆਟਰ ਵਿੱਚ ਜਾ ਕੇ ਲੇਟਿਆ ਤੇ ਫਿਰ ਸੋਚਣ ਲੱਗਿਆ ਕਿ ਭਲਾ ਕੋਈ ਕੁੜੀ 50 ਸਾਲ ਦੇ ਬੁੱਢੇ ਨਾਲ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰ ਸਕਦੀ ਹੈ? ਇਸ ਮਾਲਕ ਵਿੱਚ ਆਖਰ ਅਜੇ ਕੀ ਖਾਸ ਗੱਲ ਸੀ? ਸ਼ਾਇਦ ਪੈਸੇ ਦਾ ਲਾਲਚ ਸੀ ਜਾਂ ਫਿਰ ਕੁਝ ਹੋਰ। ਮਾਲਿਕ ਲੋਕ ਤਾਂ ਵੈਸੇ ਹੀ ਵਿਆਹ ਆਪਣੇ ਖਾਨਦਾਨ ਤੋਂ ਬਾਹਰ ਨਹੀਂ ਕਰਦੇ। ਲੱਗਦਾ ਹੈ ਮਾਲਕਿਨ ਲਈ ਕੋਈ ਮੁੰਡਾ ਨਹੀਂ ਬੱਚਾ ਹੋਵੇਗਾ, ਇਸ ਲਈ ਇਸ ਦਾ ਵਿਆਹ ਇਸ 50 ਸਾਲ ਦੇ ਆਦਮੀ ਨਾਲ ਕਰਵਾ ਦਿੱਤਾ ਗਿਆ ਹੈ। ਅਜੇ ਕਈ ਸਵਾਲ ਸੀ ਜਿਨ੍ਹਾਂ ਦੇ ਜਵਾਬ ਮੈਂ ਖੁਦ ਹੀ ਦੇ ਰਿਹਾ ਸੀ। ਪਰ ਮੈਂ ਇੱਕ ਵਾਰ ਮਾਲਕਿਨ ਨੂੰ ਇਕੱਲੇ ਵਿੱਚ ਜ਼ਰੂਰ ਮਿਲਣਾ ਚਾਹੁੰਦਾ ਸੀ। ਉਹ ਇੱਕ ਵਾਰ ਮੈਨੂੰ ਮੁਸਕਰਾ ਕੇ ਦੇਖ ਲੈਂਦੀ ਤਾਂ ਮੈਂ ਨਿਹਾਲ ਹੋ ਜਾਂਦਾ। ਪਰ ਉਸ ਸਭ ਤੋਂ ਪਹਿਲਾਂ ਮੈਨੂੰ ਮਾਲਕ ਦਾ ਦਿਲ ਜਿੱਤਣਾ ਸੀ, ਤਾਂ ਕਿ ਉਹ ਮੈਨੂੰ ਆਪਣੇ ਘਰ ਦੀਆਂ ਔਰਤਾਂ ਦੇ ਸਾਹਮਣੇ ਲਿਆ ਸਕਣ। ਰਾਤੋਂ ਰਾਤ ਹੀ ਮੈਂ ਇੱਕ ਪਲਾਨ ਬਣਾਇਆ ਸੀ। ਇਸ ਪਲਾਨ ਦੇ ਮੁਤਾਬਿਕ ਆਪਣੇ ਕੁਝ ਦੋਸਤਾਂ ਨੂੰ ਸਵੇਰੇ ਫੋਨ ਕਰ ਦਿੱਤਾ। ਅੱਜ ਐਤਵਾਰ ਦਾ ਦਿਨ ਸੀ ਤੇ ਮੈਨੂੰ ਡਰਾਈਵਰ ਨੇ ਦੱਸਿਆ ਸੀ ਕਿ ਕੱਲ ਉਹ ਤੇ ਮਾਲਕ ਕਿਸੇ ਜਗ੍ਹਾ ਤੇ ਕੰਮ ਤੋਂ ਜਾ ਰਹੇ ਹਨ। ਜਿਵੇਂ ਹੀ ਮਾਲਕ ਘਰ ਤੋਂ ਨਿਕਲੇ ਤਾਂ ਮੈਂ ਵੀ ਸਮਾਨ ਲੈਣ ਦੇ ਬਹਾਨੇ ਘਰ ਤੋਂ ਬਾਹਰ ਨਿਕਲ ਗਿਆ। ਮੈਂ ਆਪਣੇ ਦੋਸਤਾਂ ਨਾਲ ਲਗਾਤਾਰ ਗੱਲ ਕਰ ਰਿਹਾ ਸੀ। ਮਾਲਕ ਜਿਵੇਂ ਹੀ ਘਰ ਵੱਲ ਆਉਣ ਲੱਗੇ ਤਾਂ ਇੱਕ ਵੀਰਾਨ ਇਲਾਕੇ ਵਿੱਚ ਕਈ ਮੋਟਰਸਾਈਕਲ ਸਵਾਰ ਮੁੰਡੇ ਉਹਨਾਂ ਦੇ ਆਲੇ ਦੁਆਲੇ ਘੁੰਮਣ ਲੱਗੇ ਤੇ ਅਜੀਬੋ-ਗਰੀਬ ਆਵਾਜ਼ ਕੱਢਦੇ ਹੋਏ ਹੱਸਣ ਲੱਗੇ। ਮਾਲਕ ਡਰ ਚੁੱਕੇ ਸੀ ਤੇ ਮੈਂ ਇਹੀ ਚਾਹੁੰਦਾ ਸੀ। ਡਰਾਈਵਰ ਨੇ ਕਈ ਵਾਰ ਉਹਨਾਂ ਨੂੰ ਗੁੱਸਾ ਕਰਕੇ ਉੱਥੋਂ ਹਟਣ ਨੂੰ ਕਿਹਾ, ਪਰ ਉਹ ਨਹੀਂ ਮੰਨੇ। ਦੇਖਦੇ ਹੀ ਦੇਖਦੇ ਉਹਨਾਂ ਨੇ ਗੱਡੀ ਦਾ ਰਸਤਾ ਬੰਦ ਕਰ ਦਿੱਤਾ ਤੇ ਇਸ ਵੀਰਾਨ ਇਲਾਕੇ ਵਿੱਚ ਗੱਡੀਆਂ ਨੂੰ ਗੋਲ-ਗੋਲ ਘੁਮਾ ਰਹੇ ਸੀ ਤੇ ਉਹਨਾਂ ਨੇ ਪਿਸਤੌਲ ਬਾਹਰ ਕੱਢ ਲਿਆ। ਉਹਨਾਂ ਦੇ ਚਿਹਰੇ ਤੇ ਰੁਮਾਲ ਬੰਨ ਰੱਖਿਆ ਸੀ। ਦੇਖਣ ਤੋਂ ਹੀ ਚੋਰ ਲੁਟੇਰੇ ਲੱਗ ਰਹੇ ਸੀ। ਇਹ ਮੰਜ਼ਰ ਦੇਖ ਕੇ ਮਾਲਕ ਬਹੁਤ ਘਬਰਾ ਚੁੱਕਿਆ ਸੀ। ਅਗਲੇ ਹੀ ਪਲ ਇੱਕ ਮੋਟਰਸਾਈਕਲ ਤੋਂ ਇੱਕ ਮੁੰਡਾ ਉਤਰ ਕੇ ਗੱਡੀ ਵੱਲ ਆਇਆ ਤੇ ਮਾਲਕ ਨੂੰ ਗੱਡੀ ਤੋਂ ਨੀਚੇ ਆਉਣ ਨੂੰ ਕਿਹਾ। ਮਾਲਿਕ ਬਹੁਤ ਤਮੀਜ਼ ਨਾਲ ਉਹਨਾਂ ਨਾਲ ਗੱਲ ਕਰ ਰਹੇ ਸੀ। ਕਹਿਣ ਲੱਗੇ ਕਿ ਤੁਹਾਨੂੰ ਜੋ ਚਾਹੀਦਾ ਹੈ ਮੈਂ ਦੇ ਦੇਵਾਂਗਾ, ਪਰ ਗੋਲੀ ਨਾ ਚਲਾਉਣਾ, ਅਸੀਂ ਆਰਾਮ ਨਾਲ ਗੱਲ ਕਰ ਸਕਦੇ ਹਾਂ। ਇਹ ਕਹਿੰਦੇ ਹੋਏ ਮਾਲਕ ਡਰਦਾ ਡਰਦਾ ਗੱਡੀ ਤੋਂ ਨੀਚੇ ਉਤਰਿਆ ਸੀ। ਉਹਨਾਂ ਨੇ ਮਾਲਿਕ ਕੋਲ ਮੌਜੂਦ ਸਾਰੀ ਕੀਮਤੀ ਚੀਜ਼ਾਂ ਨੂੰ ਕਢਵਾ ਲਿਆ ਸੀ। ਇੱਥੋਂ ਤੱਕ ਕਿ ਉਹਨਾਂ ਦਾ ਪਰਸ ਵੀ ਖਾਲੀ ਹੋ ਗਿਆ ਸੀ। ਜਿਵੇਂ ਹੀ ਮਾਲਕ ਵਾਪਸ ਗੱਡੀ ਵਿੱਚ ਬੈਠਣ ਲੱਗੇ ਤਾਂ ਇੱਕ ਆਦਮੀ ਨੇ ਤੁਰੰਤ ਪਿਸਤੌਲ ਤਾਨੀ ਤੇ ਕਹਿਣ ਲੱਗਿਆ ਕਿ ਤੂੰ ਸਾਡੇ ਪੰਜਾ ਦੀ ਸ਼ਕਲ ਤਾਂ ਦੇਖ ਲਈ ਹੈ, ਤੂੰ ਸਾਡਾ ਨਾਂ ਕਿਸੇ ਨੂੰ ਵੀ ਦੱਸ ਸਕਦਾ ਹੈ, ਇਸ ਲਈ ਅਸੀਂ ਤੈਨੂੰ ਜਿਉਂਦਾ ਨਹੀਂ ਛੱਡਾਂਗੇ। ਇਹ ਸਾਡਾ ਅਸੂਲ ਹੈ ਤੇ ਅਸੀਂ ਆਪਣੇ ਅਸੂਲ ਦੇ ਖਿਲਾਫ ਨਹੀਂ ਜਾ ਸਕਦੇ। ਅਸੀਂ ਜਿਸ ਦੀ ਚੋਰੀ ਕਰਦੇ ਹਾਂ ਉਸ ਨੂੰ ਮੌਕੇ ਤੇ ਹੀ ਮਾਰ ਦਿੰਦੇ ਹਾਂ। ਇੰਨਾ ਕਹਿਣ ਦੇ ਬਾਅਦ ਉਹਨਾਂ ਨੇ ਜਿਵੇਂ ਹੀ ਪਿਸਤੌਲ ਤਾਣ ਕੇ ਮਾਲਕ ਨੂੰ ਗੋਲੀ ਮਾਰਨ ਲੱਗੇ, ਮੈਂ ਤੁਰੰਤ ਨਾਲ ਭੱਜਦਾ ਉੱਥੇ ਆ ਗਿਆ ਤੇ ਉਹਨਾਂ ਲੋਕਾਂ ਦੇ ਹੱਥ ਤੋਂ ਪਿਸਤੌਲ ਖੋਹਣ ਲੱਗਿਆ। ਮੈਂ ਉਹਨਾਂ ਨਾਲ ਲੜਾਈ ਕਰਨ ਲੱਗਿਆ ਸੀ, ਬਿਲਕੁਲ ਇੱਕ ਫਿਲਮੀ ਅੰਦਾਜ਼ ਵਿੱਚ। ਅਗਲੇ ਹੀ ਪਲ ਜਿਵੇਂ ਹੀ ਉਹਨਾਂ ਮਾਲਕ ਤੇ ਗੋਲੀ ਚਲਾਈ ਤਾਂ ਜਲਦੀ ਨਾਲ ਮੈਂ ਮਾਲਕ ਦੇ ਅੱਗੇ ਆ ਗਿਆ ਤੇ ਗੋਲੀ ਮੇਰੀ ਬਾਂਹ ਤੇ ਲੱਗ ਚੁੱਕੀ ਸੀ। ਉਹ ਪੰਜੇ ਉੱਥੇ ਤੋਂ ਮੋਟਰਸਾਈਕਲ ਤੇ ਬੈਠ ਕੇ ਭੱਜ ਚੁੱਕੇ ਸੀ, ਜਦੋਂ ਕਿ ਮੈਂ ਉੱਥੇ ਹੀ ਡਿੱਗ ਕੇ ਬੇਹੋਸ਼ ਹੋ ਗਿਆ ਸੀ। ਜਦੋਂ ਮੈਨੂੰ ਹੋਸ਼ ਆਇਆ ਮੈਂ ਸ਼ਾਇਦ ਹਸਪਤਾਲ ਵਿੱਚ ਮੌਜੂਦ ਸੀ।
ਮਾਲਕ ਮੇਰੇ ਸਿਰ ਤੇ ਖੜੇ ਸੀ। ਕਹਿਣ ਲੱਗੇ ਕਿ ਤੂੰ ਠੀਕ ਤਾਂ ਹੈ, ਤੈਨੂੰ ਦਰਦ ਤਾਂ ਨਹੀਂ ਹੋ ਰਿਹਾ। ਉਹ ਇਸ ਸ਼ਹਿਰ ਦਾ ਸਭ ਤੋਂ ਵੱਡਾ ਹਸਪਤਾਲ ਸੀ ਤੇ ਮੈਂ ਇਸ ਸਮੇਂ ਇੱਥੇ ਸਹੀ ਸਲਾਮਤ ਮੌਜੂਦ ਸੀ। ਬਾਂਹ ਵਿੱਚ ਦਰਦ ਸੀ, ਪਰ ਉਸ ਸ਼ਹਿਜ਼ਾਦੀ ਲਈ ਇੰਨਾ ਦਰਦ ਸਹਿਣਾ ਤਾਂ ਬਣਦਾ ਸੀ। ਮੈਂ ਕਿਹਾ ਕਿ ਮਾਲਿਕ, ਮੈਂ ਤੁਹਾਡਾ ਵਫਾਦਾਰ ਗੁਲਾਮ ਹਾਂ, ਮੈਂ ਤੁਹਾਡਾ ਨਮਕ ਖਾਧਾ ਹੈ, ਤੁਹਾਡੇ ਲਈ ਤਾਂ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ। ਇਹ ਗੋਲੀ ਖਾਣਾ ਤਾਂ ਕੁਝ ਵੀ ਨਹੀਂ ਹੈ, ਤੁਹਾਡੇ ਤੇ ਤਾਂ ਮੇਰੀ ਜਾਨ ਵੀ ਕੁਰਬਾਨ ਹੈ। ਇਹ ਸੁਣ ਕੇ ਮਾਲਿਕ ਤਾਂ ਮੇਰਾ ਦੀਵਾਨਾ ਹੋ ਚੁੱਕਿਆ ਸੀ। ਇੱਕ ਹਫ਼ਤੇ ਤੱਕ ਮੈਂ ਹਸਪਤਾਲ ਰਿਹਾ ਤੇ ਫਿਰ ਉਹ ਮੈਨੂੰ ਘਰ ਲੈ ਗਏ। ਫਿਲਹਾਲ ਗੱਲ ਤਾਂ ਇਹ ਸੀ ਕਿ ਮਾਲਕ ਨੇ ਮੈਨੂੰ ਕੁਆਟਰ ਵਿੱਚ ਨਹੀਂ ਬਲਕਿ ਆਪਣੇ ਹੀ ਘਰ ਦੇ ਗੈਸਟ ਰੂਮ ਵਿੱਚ ਰੱਖਿਆ ਸੀ ਤੇ ਮੇਰੇ ਖਾਣ ਪੀਣ ਦੀ ਖੁਦ ਨਿਗਰਾਨੀ ਕਰਨ ਲੱਗੇ ਸੀ ਤੇ ਮੈਨੂੰ ਕਹਿਣ ਲੱਗੇ, ਮੈਂ ਅੱਜ ਤੱਕ ਤੇਰੇ ਵਰਗਾ ਵਫਾਦਾਰ ਮੁੰਡਾ ਨਹੀਂ ਦੇਖਿਆ। ਬਸ ਅੱਜ ਤੋਂ ਤੂੰ ਕੁਆਟਰ ਵਿੱਚ ਨਹੀਂ ਬਲਕਿ ਇਸ ਘਰ ਵਿੱਚ ਹੀ ਰਹੇਗਾ। ਮੈਂ ਦਿਲ ਹੀ ਦਿਲ ਵਿੱਚ ਖੁਸ਼ ਸੀ ਕਿ ਮੇਰਾ ਗੋਲੀ ਖਾਣਾ ਬੇਕਾਰ ਨਹੀਂ ਗਿਆ। ਤਬੀਅਤ ਠੀਕ ਹੋਈ ਤਾਂ ਮੈਂ ਆਪਣੇ ਉਹਨਾਂ ਦੋਸਤਾਂ ਨੂੰ ਮਿਲਣ ਗਿਆ ਜਿਨ੍ਹਾਂ ਨੂੰ ਮੈਂ ਪੈਸੇ ਦੇ ਕੇ ਬੁਲਾਇਆ ਸੀ ਤਾਂ ਕਿ ਉਹ ਮਾਲਕ ਤੇ ਹਮਲਾ ਕਰ ਸਕਣ, ਤੇ ਮੈਂ ਮੌਕੇ ਤੇ ਪਹੁੰਚ ਕੇ ਉਹਨਾਂ ਦੀ ਜਗ੍ਹਾ ਖੁਦ ਗੋਲੀ ਖਾ ਕੇ ਉਹਨਾਂ ਦਾ ਦਿਲ ਜਿੱਤ ਸਕਾਂ। ਮੈਂ ਹੁਣ ਇਸ ਘਰ ਵਿੱਚ ਰਹਿਣ ਵਾਲਾ ਸੀ, ਹਰ ਸਮੇਂ ਇਸ ਘਰ ਵਿੱਚ ਰਹਿੰਦਾ ਤਾਂ ਜ਼ਾਹਿਰ ਜਿਹੀ ਗੱਲ ਸੀ ਮਾਲਕੀ ਮੈਨੂੰ ਜ਼ਰੂਰ ਨਜ਼ਰ ਆਉਂਦੀ। ਇਹ ਸੋਚ ਕੇ ਮੇਰੇ ਦਿਲ ਵਿੱਚ ਅਜੀਬ ਜਿਹੀ ਖੁਸ਼ੀ ਫੁੱਟ ਰਹੀ ਸੀ। ਕੁਝ ਹੀ ਦਿਨ ਬਾਅਦ ਮੈਂ ਠੀਕ ਹੋ ਗਿਆ ਤੇ ਇੱਕ ਵਾਰ ਫਿਰ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਸੀ। ਇੱਕ ਰੋਜ਼ ਦਿਨ ਦੇ ਸਮੇਂ ਮੈਂ ਥੋੜਾ ਜਿਹਾ ਦਰਵਾਜ਼ਾ ਖੋਲ੍ਹ ਕੇ ਬਾਹਰ ਹੀ ਨਜ਼ਰ ਜਮਾਏ ਬੈਠਾ ਸੀ ਕਿ ਕਦੋਂ ਮੌਕਾ ਮਿਲੇ ਤੇ ਮੈਂ ਮਾਲਕਿਨ ਦਾ ਇੱਕ ਦੀਦਾਰ ਕਰ ਸਕਾਂ। ਸ਼ਾਇਦ ਅੱਜ ਹੀ ਉਹ ਮੌਕਾ ਸੀ ਕਿ ਜਦੋਂ ਮੈਨੂੰ ਉਹ ਦਿਖਾਈ ਦਿੱਤੀ ਸੀ। ਮੈਂ ਕਦੋਂ ਤੋਂ ਬਾਹਰ ਤਾਕ ਲਗਾਏ ਬੈਠਾ ਸੀ ਕਿ ਜਦੋਂ ਮੈਨੂੰ ਪੌੜੀਆਂ ਉਤਰਨ ਦੀ ਆਵਾਜ਼ ਆਈ। ਜਿਵੇਂ ਜਿਵੇਂ ਹੀ ਪੌੜੀਆਂ ਤੇ ਕਦਮ ਆ ਰਹੇ ਸੀ, ਮੇਰੇ ਦਿਲ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਚਲੀਆਂ ਜਾ ਰਹੀਆਂ ਸੀ। ਇੱਕ ਵਾਰ ਫਿਰ ਕੋਈ ਇਸ ਸਮੇਂ ਰਸੋਈ ਵੱਲ ਜਾ ਰਿਹਾ ਸੀ। ਮੈਂ ਆਪਣੇ ਧੜਕਦੇ ਦਿਲ ਦੇ ਨਾਲ ਉੱਠਿਆ ਤੇ ਗੈਸਟ ਰੂਮ ਦੇ ਦਰਵਾਜ਼ੇ ਦੇ ਕੋਲ ਆ ਕੇ ਖੜਾ ਹੋ ਕੇ ਬਾਹਰ ਦੇਖਣ ਲੱਗਿਆ। ਉਹ ਮਾਲਕਿਨ ਹੀ ਸੀ। ਅੱਜ ਉਸਨੇ ਗੁਲਾਬੀ ਰੰਗ ਦਾ ਫਰਾਕ ਪਹਿਨਿਆ ਹੋਇਆ ਸੀ, ਦੁਪੱਟਾ ਗਲੇ ਵਿੱਚ ਪਾਇਆ। ਉਸਨੇ ਆਪਣੇ ਗਿੱਲੇ ਵਾਲ ਮੋਢਿਆਂ ਤੱਕ ਫੈਲਾਏ ਹੋਏ ਸੀ। ਅਜਿਹੇ ਮੰਜ਼ਰ ਨੂੰ ਦੇਖ ਕੇ ਤਾਂ ਮੇਰਾ ਦਿਲ ਸੀਨੇ ਵਿੱਚ ਹੀ ਉਛਲ ਪਿਆ ਸੀ। ਜੀ ਕੀਤਾ ਕਿ ਹੁਣੇ ਜਾਵਾਂ ਤੇ ਜਾ ਕੇ ਮਾਲਕਿਨ ਨਾਲ ਦਿਲ ਦੀ ਗੱਲ ਕਰ ਦੇਵਾਂ। ਮੈਂ ਮਾਲਕਿਨ ਨੂੰ ਅੱਜ ਪਹਿਲੀ ਵਾਰ ਨਜ਼ਰ ਭਰ ਕੇ ਦੇਖਿਆ ਸੀ। ਉਹ ਤਾਂ ਆਪਣੀ ਮਿਸਾਲ ਆਪਣੇ ਆਪ ਹੀ ਸੀ। ਮੈਨੂੰ ਤਾਂ ਉਹਨਾਂ ਤੇ ਤਰਸ ਆ ਗਿਆ ਸੀ ਕਿ ਭਲਾ ਇੰਨੀ ਖੂਬਸੂਰਤ ਕੁੜੀ ਨੇ ਇਸ ਬੁੱਢੇ ਆਦਮੀ ਵਿੱਚ ਕੀ ਦੇਖ ਲਿਆ ਸੀ। ਇਸ ਨਾਲ ਤਾਂ ਕੋਈ ਮੇਰੇ ਵਰਗਾ ਗੱਭਰੂ ਜਵਾਨ ਹੀ ਸੋਹਣਾ ਲੱਗਣਾ ਸੀ। ਰਹੀ ਗੱਲ ਮੇਰੀ, ਤਾਂ ਮੈਂ ਵੀ ਕੋਈ ਸ਼ਕਲ ਸੂਰਤ ਤੋਂ ਘੱਟ ਨਹੀਂ ਸੀ, ਬਲਕਿ ਬਹੁਤ ਹੀ ਸੋਹਣਾ ਸੀ। ਮੈਨੂੰ ਤਾਂ ਕੋਈ ਵੀ ਦੇਖ ਕੇ ਨਹੀਂ ਕਹਿ ਸਕਦਾ ਸੀ ਕਿ ਮੈਂ ਇੱਕ ਨੌਕਰ ਹਾਂ, ਬਲਕਿ ਮਾਲਕ ਲੱਗਦਾ ਸੀ। ਇਹ ਤਾਂ ਕਿਸਮਤ ਦੀ ਗੱਲ ਸੀ। ਉਹ ਜਿਸ ਦੇ ਹਿੱਸੇ ਵਿੱਚ ਆਏ ਦੌਲਤ ਦੇ ਜਾਵੇ। ਖੈਰ, ਮੇਰਾ ਦਿਲ ਕੀਤਾ ਕਿ ਜਾ ਕੇ ਮਾਲਕਿਨ ਨਾਲ ਗੱਲ ਕਰਾਂ, ਪਰ ਫਿਰ ਕੁਝ ਸੋਚ ਕੇ ਖਾਮੋਸ਼ ਹੋ ਗਿਆ ਕਿ ਮੈਨੂੰ ਫੂਕ ਫੂਕ ਕੇ ਕਦਮ ਰੱਖਣਾ ਚਾਹੀਦਾ ਹੈ। ਕਿਤੇ ਮਾਲਕਿਨ ਨੂੰ ਗੁੱਸਾ ਆ ਗਿਆ ਤਾਂ ਮੈਨੂੰ ਘਰ ਤੋਂ ਬਾਹਰ ਹੀ ਨਾ ਕੱਢ ਦੇਵੇ। ਮੈਂ ਤਾਂ ਦਿਲ ਹੀ ਦਿਲ ਵਿੱਚ ਆਪਣੇ ਤੇਜ਼ ਦਿਮਾਗ ਨਾਲ ਇਹ ਸੋਚ ਚੁੱਕਿਆ ਸੀ ਕਿ ਬਸ ਜੋ ਵੀ ਹੋ ਜਾਵੇ, ਕਿਸੇ ਨਾ ਕਿਸੇ ਤਰ੍ਹਾਂ ਮਾਲਕਿਨ ਨੂੰ ਬਹਿਲਾ ਕੇ ਉਹਨਾਂ ਨਾਲ ਵਿਆਹ ਕਰਾ ਲਵਾਂਗਾ ਤੇ ਮਾਲਿਕ ਤੋਂ ਤਲਾਕ ਦਵਾ ਦਊਂਗਾ। ਪਰ ਅਗਲੇ ਹੀ ਪਲ ਇਹ ਸੋਚ ਵੀ ਆਈ ਸੀ ਕਿ ਭਲਾ ਉਹ ਮਾਲਕਿਨ ਮਾਲਕ ਦੀ ਦੌਲਤ ਨੂੰ ਛੱਡ ਕੇ ਮੇਰੇ ਵਰਗੇ ਗਰੀਬ ਨਾਲ ਵਿਆਹ ਕਿਉਂ ਕਰੇਗੀ। ਫਿਲਹਾਲ ਜੋ ਵੀ ਹੋਵੇ, ਕੁਝ ਨਾ ਕੁਝ ਤਾਂ ਮੈਨੂੰ ਕਰਨਾ ਹੀ ਸੀ। ਇਸ ਸ਼ਾਮ ਮਾਲਕ ਘਰ ਆਏ ਤਾਂ ਸੋਚ ਵਿੱਚ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੇ ਪਰੇਸ਼ਾਨ ਕਿਉਂ ਲੱਗ ਰਹੇ ਹੋ, ਕੀ ਗੱਲ ਹੈ। ਉਹ ਕਹਿਣ ਲੱਗੇ ਕਿ ਦਰਅਸਲ ਮੈਨੂੰ ਤੀਰਥ ਯਾਤਰਾ ਤੇ ਜਾਣਾ ਹੈ ਤੇ ਮੈਂ ਪਰੇਸ਼ਾਨ ਹਾਂ ਕਿ ਭਲਾ ਘਰ ਤੇ ਮੇਰੀ ਪਤਨੀ ਨੂੰ ਇਕੱਲੇ ਛੱਡ ਕੇ ਕਿਵੇਂ ਜਾਵਾਂ। ਇਹ ਸੋਚ ਕੇ ਮਾਲਕ ਮੈਨੂੰ ਦੇਖਣ ਲੱਗੇ। ਫਿਰ ਬੋਲੇ, ਜੇ ਮੈਂ ਚਲਾ ਜਾਵਾਂ ਤਾਂ ਕੀ ਤੂੰ ਮੇਰੇ ਘਰ ਦੀ ਤੇ ਮਾਲਕਿਨ ਦੀ ਦੇਖਭਾਲ ਕਰੇਗਾ ਤੇ ਮਾਲਕਿਨ ਨੂੰ ਸਮਾਨ ਵਗੈਰਾ ਲਿਆ ਕੇ ਦਿਆ ਕਰੇਗਾ। ਇਹ ਸੁਣ ਕੇ ਤਾਂ ਮੇਰਾ ਦਿਲ ਸੀਨੇ ਵਿੱਚ ਹੀ ਉਛਲਿਆ ਸੀ। ਮੈਂ ਤੁਰੰਤ ਆਪਣੇ ਜਜ਼ਬਾਤ ਤੇ ਕਾਬੂ ਪਾਉਂਦੇ ਹੋਏ ਕਿਹਾ ਕਿ ਜੀ ਮਾਲਕ, ਜੋ ਤੁਸੀਂ ਕਹੋਗੇ ਮੈਂ ਕਰੂੰਗਾ। ਤੁਸੀਂ ਬੇਫਿਕਰ ਰਹੋ, ਮੇਰੇ ਹੁੰਦੇ ਹੋਏ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਮਾਲਕ ਵੀ ਬੇਫਿਕਰ ਹੋ ਚੁੱਕੇ ਸੀ। ਕਹਿਣ ਲੱਗੇ ਕਿ ਉਹ 2-3 ਦਿਨ ਤੱਕ ਵਾਪਸ ਨਹੀਂ ਆਉਣਗੇ। ਇਹ ਸਹੀ ਮੌਕਾ ਸੀ। ਅਗਲੀ ਸਵੇਰ ਮਾਲਕ ਘਰ ਤੋਂ ਚਲੇ ਗਏ ਤੇ ਮੈਂ ਰਾਤ ਹੋਣ ਦਾ ਇੰਤਜ਼ਾਰ ਕਰਨ ਲੱਗਿਆ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਮਾਲਕਿਨ ਦੇ ਕਮਰੇ ਵਿੱਚ ਜਾਵਾਂ, ਉਹਨਾਂ ਦੇ ਨਾਲ ਸਮਾਂ ਗੁਜ਼ਾਰਾਂ। ਹੋ ਸਕਦਾ ਹੈ ਕਿ ਮੈਨੂੰ ਆਪਣੇ ਕੋਲ ਦੇਖ ਕੇ ਉਹ ਵੀ ਮੇਰੇ ਨਾਲ ਪਿਆਰ ਕਰਨ ਲੱਗੇ। ਇਹੀ ਸੋਚਦੇ ਹੋਏ ਜਿਵੇਂ ਹੀ ਰਾਤ ਹੋਈ ਤੇ ਘਰ ਹਨੇਰੇ ਵਿੱਚ ਡੁੱਬਣ ਲੱਗਿਆ ਤਾਂ ਮੈਂ ਬਹਾਨੇ ਨਾਲ ਮਾਲਿਕ ਦੇ ਕੱਪੜੇ ਕੱਢ ਲਏ ਤੇ ਫਿਰ ਉਹ ਪਹਿਨ ਲਏ। ਘਰ ਬਿਲਕੁਲ ਹਨੇਰੇ ਵਿੱਚ ਡੁੱਬ ਚੁੱਕਿਆ ਸੀ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੈਂ ਹੌਲੀ-ਹੌਲੀ ਕਦਮ ਉਠਾਉਂਦਾ ਮਾਲਕਿਨ ਦੇ ਕਮਰੇ ਵਿੱਚ ਚਲਾ ਗਿਆ। ਮੈਂ ਮਾਲਕਿਨ ਦੇ ਕਮਰੇ ਵਿੱਚ ਜਿਵੇਂ ਹੀ ਦਾਖਲ ਹੋਇਆ ਤਾਂ ਉਹ ਬਿਸਤਰ 'ਤੇ ਸੋ ਰਹੀ ਸੀ।
ਕਮਰੇ ਵਿੱਚ ਹਲਕੀ ਜਿਹੀ ਰੋਸ਼ਨੀ ਸੀ। ਮੈਂ ਗਿਆ ਤੇ ਜਾ ਕੇ ਮਾਲਕਿਨ ਦੇ ਨਾਲ ਲੇਟ ਗਿਆ। ਪਤਾ ਨਹੀਂ ਮੈਂ ਕੀ ਚਾਹੁੰਦਾ ਸੀ, ਪਰ ਜੋ ਵੀ ਸੀ ਮੇਰੇ ਜਜ਼ਬਾਤ ਮੈਨੂੰ ਬਹਿਕਾ ਰਹੇ ਸੀ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਕਰਾਂ। ਮੈਂ ਉੱਥੇ ਜਾ ਕੇ ਲੇਟਿਆ ਹੀ ਸੀ ਕਿ ਉਸ ਸਮੇਂ ਕਮਰੇ ਦੀ ਰੋਸ਼ਨੀ ਚਾਲੂ ਹੋ ਗਈ। ਜਦੋਂ ਦੇਖਿਆ ਤਾਂ ਸਾਹਮਣੇ ਉਹੀ ਕੁੜੀ ਖੜੀ ਸੀ। ਜਦੋਂ ਮੈਂ ਬੈੱਡ ਦੇ ਦੂਜੇ ਪਾਸੇ ਦੇਖਿਆ ਤਾਂ ਉੱਥੇ ਵੀ ਕੋਈ ਲੇਟਿਆ ਹੋਇਆ ਸੀ। ਮੈਂ ਤਾਂ ਹੜਬੜਾ ਕੇ ਉੱਠਿਆ ਕਿ ਆਖਰ ਇਹ ਕੀ ਹੋਇਆ। ਅਗਲੇ ਹੀ ਪਲ ਉਸ ਕੁੜੀ ਦਾ ਚਿল্ਲਾਉਣਾ ਸੁਣ ਕੇ ਬੈੱਡ ਤੇ ਲੇਟੀ ਹੋਈ ਇੱਕ ਬੁੱਢੀ ਔਰਤ ਉੱਠ ਕੇ ਬੈਠ ਗਈ। ਕੀ ਹੋਇਆ? ਇਹ ਮੁੰਡਾ ਕੌਣ ਹੈ? ਇੱਥੇ ਕੀ ਕਰ ਰਿਹਾ ਹੈ? ਇੰਨਾ ਸੁਣ ਕੇ ਉਹ ਕੁੜੀ ਮੇਰੇ ਤੇ ਚਿল্ਲਾਉਣ ਲੱਗੀ, ਕਹਿਣ ਲੱਗੀ, ਇਹ ਨਵਾਂ ਨੌਕਰ ਹੈ। ਕਦੋਂ ਤੋਂ ਮੈਂ ਇਸ ਦੀਆਂ ਹਰਕਤਾਂ ਦੇਖ ਰਹੀ ਹਾਂ। ਪਤਾ ਨਹੀਂ ਇਹ ਕੀ ਕਰਨਾ ਚਾਹੁੰਦਾ ਹੈ, ਕਿਸ ਮਕਸਦ ਨਾਲ ਇਸ ਘਰ ਵਿੱਚ ਆਇਆ ਹੈ। ਇਸ ਦੀ ਹਿੰਮਤ ਦੇਖੋ, ਇਹ ਤਾਂ ਸਾਡੇ ਇਸ ਕਮਰੇ ਵਿੱਚ ਵੀ ਵੜ ਚੁੱਕਿਆ ਹੈ। ਇਸ ਤੋਂ ਪਹਿਲਾਂ ਕਿ ਮੇਰੇ ਤੇ ਕੋਈ ਗਲਤ ਇਲਜ਼ਾਮ ਲੱਗਦਾ, ਮੈਂ ਤੁਰੰਤ ਬੋਲ ਉੱਠਿਆ, ਕਹਿਣ ਲੱਗਿਆ ਕਿ ਮੇਰੇ ਬਾਰੇ ਗਲਤ ਨਾ ਸੋਚੋ। ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਕੌਣ ਹੋ ਤੇ ਤੁਸੀਂ ਕੌਣ ਹੋ। ਮੇਰੀ ਗੱਲ ਸੁਣ ਕੇ ਉਹ ਔਰਤ ਕਹਿਣ ਲੱਗੀ ਕਿ ਮੈਂ ਮਾਲਕ ਦੀ ਪਤਨੀ ਹਾਂ ਤੇ ਇਹ ਮੇਰੀ ਛੋਟੀ ਭੈਣ ਹੈ ਜੋ ਇੱਥੇ ਮੇਰੀ ਦੇਖਭਾਲ ਲਈ ਆਈ ਹੋਈ ਹੈ। ਇਹ ਸੁਣ ਕੇ ਮੈਨੂੰ ਤਸੱਲੀ ਹੋਈ ਸੀ ਕਿ ਸ਼ੁਕਰ ਹੈ ਇਹ ਮਾਲਕ ਦੀ ਪਤਨੀ ਨਹੀਂ ਤਾਂ ਮੇਰਾ ਤਾਂ ਅੱਜ ਪਤਾ ਨਹੀਂ ਕੀ ਹੁੰਦਾ। ਉਹ ਬੁੱਢੀ ਔਰਤ ਉੱਠ ਕੇ ਮੇਰੇ ਤੇ ਚਿল্ਲਾਉਣ ਲੱਗੀ, ਧੱਕੇ ਦੇ ਕੇ ਬਾਹਰ ਕੱਢਣ ਲੱਗੀ, ਪਰ ਮੈਂ ਤੁਰੰਤ ਉਸਦੇ ਕਦਮਾਂ ਵਿੱਚ ਡਿੱਗ ਪਿਆ ਤੇ ਮਾਫੀ ਮੰਗਣ ਲੱਗਿਆ ਕਿ ਮੈਨੂੰ ਮਾਫ ਕਰ ਦਿਓ। ਮੈਂ ਤੁਹਾਡੀ ਭੈਣ ਨੂੰ ਬਹੁਤ ਪਿਆਰ ਕਰ ਬੈਠਾ ਹਾਂ। ਹੁਣ ਵੀ ਉਹਨਾਂ ਨਾਲ ਦਿਲ ਦੀ ਗੱਲ ਕਰਨ ਆਇਆ ਸੀ, ਪਰ ਅਚਾਨਕ ਪੈਰ ਫਿਸਲਿਆ ਤੇ ਬੈੱਡ ਤੇ ਡਿੱਗ ਗਿਆ। ਮੇਰਾ ਲਹਿਜਾ ਅਜਿਹਾ ਸੀ ਕਿ ਉਸਨੂੰ ਯਕੀਨ ਕਰਨਾ ਹੀ ਪਿਆ। ਫਿਰ ਵੀ ਉਹ ਗੁੱਸਾ ਸੀ, ਕਹਿਣ ਲੱਗੀ, ਜਾ ਇੱਥੇ ਤੋਂ। ਜਦੋਂ ਮਾਲਕ ਆ ਜਾਵੇਗਾ ਉਸ ਸਮੇਂ ਹੀ ਫੈਸਲਾ ਹੋਵੇਗਾ। ਉਸ ਸਮੇਂ ਤੱਕ ਕੁਆਟਰ ਵਿੱਚ ਰਹੇਗਾ। ਮੈਂ ਕੁਆਟਰ ਵਿੱਚ ਗਿਆ ਤੇ ਅਰਦਾਸ ਕਰਨ ਲੱਗਿਆ ਕਿ ਫੈਸਲਾ ਮੇਰੇ ਹੱਕ ਵਿੱਚ ਹੀ ਹੋਵੇ। ਉਹ ਮਾਲਕਿਨ ਬਿਮਾਰ ਸੀ ਤੇ ਉਸਦੀ ਛੋਟੀ ਭੈਣ ਉਸਦਾ ਖਿਆਲ ਰੱਖਣ ਲਈ ਇੱਥੇ ਰਹਿ ਰਹੀ ਸੀ। ਅਗਲੇ ਦਿਨ ਉੱਠਿਆ ਤਾਂ ਮਾਲਕਿਨ ਦੀ ਛੋਟੀ ਭੈਣ ਛੱਤ ਤੇ ਖੜੀ ਸੀ, ਮੈਨੂੰ ਗਹਿਰੀ ਨਜ਼ਰ ਨਾਲ ਦੇਖ ਰਹੀ ਸੀ। ਮੇਰਾ ਦਿਲ ਸੀਨੇ ਵਿੱਚ ਉਛਲਿਆ, ਸ਼ਾਇਦ ਉਹ ਵੀ ਮੈਨੂੰ ਪਿਆਰ ਕਰਨ ਲੱਗੀ ਸੀ। 2 ਦਿਨ ਬਾਅਦ ਮਾਲਕ ਆਏ ਤਾਂ ਮਾਲਕਿਨ ਨੇ ਉਹਨਾਂ ਨਾਲ ਗੱਲ ਕੀਤੀ। ਪਹਿਲਾਂ ਤਾਂ ਉਹ ਜਰਾ ਆਕੜੇ ਕਿ ਇਹ ਨੌਕਰ ਹੈ, ਅਸੀਂ ਮਾਲਕ ਲੋਕ ਹਾਂ, ਪਰ ਫਿਰ ਮਾਲਕਿਨ ਨੇ ਕਿਹਾ ਤਾਂ ਮੰਨ ਗਏ। ਮਾਲਕਿਨ ਨੇ ਆਪਣੀ ਛੋਟੀ ਭੈਣ ਤੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ। ਨਾਲ ਹੀ ਇੱਕ ਫੈਕਟਰੀ ਵਿੱਚ ਚੰਗੀ ਨੌਕਰੀ ਵੀ ਲਗਵਾ ਦਿੱਤੀ, ਜਿੱਥੇ ਮੇਰਾ ਕੰਮ ਸਮਾਨ ਪੈਕਿੰਗ ਤੇ ਅਜੇ ਹੀ ਦੂਜੇ ਕੰਮ ਦੇਖਣ ਦਾ ਸੀ। ਮੇਰੇ ਦਿਨ ਬਦਲ ਚੁੱਕੇ ਸੀ। ਮੈਂ ਚੋਰੀ ਕਰਨਾ ਛੱਡ ਦਿੱਤਾ ਤੇ ਮਾਲਕਿਨ ਦੀ ਛੋਟੀ ਭੈਣ ਨਾਲ ਵਿਆਹ ਕਰਕੇ ਖੁਸ਼ੀ-ਖੁਸ਼ੀ ਜ਼ਿੰਦਗੀ ਗੁਜ਼ਾਰਨ ਲੱਗਿਆ।